ਪੰਜਾਬੀ ਵਿਆਕਰਨ ਨਾਲ ਸੰਬੰਧਿਤ ਇਸ ਵੀਡੀਓ ਵਿੱਚ ਅਸੀਂ ਕਿਰਿਆ ਵਿਸ਼ੇਸ਼ਣ ਬਾਰੇ ਚਰਚਾ ਕਰਾਂਗੇ। ਆਓ ਪਹਿਲਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਬਾਰੇ ਗੱਲ ਕਰਦੇ ਹਾਂ। ਕਿਰਿਆ ਵਿਸ਼ੇਸ਼ਣ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ। ਇਹ ਸ਼ਬਦ ਕਿਰਿਆ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ। ਕਿਰਿਆ ਵਿਸ਼ੇਸ਼ਣ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਹੈ। ਸੋ ਕਿਰਿਆ ਵਿਸ਼ੇਸ਼ਣ ਹੈ ਕਿ ਉਹ ਸ਼ਬਦ ਜਿਹੜੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ। ਪਹਿਲੀ ਗੱਲ। ਦੂਜੀ ਗੱਲ ਕਿ ਇਹ ਕਿਰਿਆ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ। ਇੱਕ ਪੱਖ ਤੋਂ ਨਹੀਂ, ਕਈ ਪੱਖਾਂ ਤੋਂ ਉਸ 'ਤੇ ਪ੍ਰਭਾਵ ਪਾਉਂਦੇ ਹਨ। ਤੀਜੀ ਗੱਲ ਕਿ ਵਾਕ ਦੇ ਵਿੱਚ ਕਿਰਿਆ ਵਿਸ਼ੇਸ਼ਣ ਇੱਕ ਸ਼ਬਦ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ, ਭਾਵ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਹਨ। ਉਦਾਹਰਨ ਲਈ ਅੱਗੇ ਲਿਖੇ ਵਾਕਾਂ ਵਿੱਚ ਲਾਲ ਰੰਗ ਦੇ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ। ਸੋ ਅੱਗੇ ਜਿਹੜੇ ਵਾਕ ਹਨ ਉਹਨਾਂ 'ਚ ਅਸੀਂ ਲਾਲ ਰੰਗ ਦੇ ਸ਼ਬਦਾਂ 'ਤੇ ਵਿਸ਼ੇਸ਼ ਧਿਆਨ ਦੇਣਾ ਹੈ। ਸੋਨੂੰ ਇੱਥੋਂ ਹੁਣੇ ਗਿਆ ਹੈ। ਉਹ ਬਿਲਕੁਲ ਸਾਡੇ ਸਾਹਮਣੇ ਬੈਠਾ ਹੈ। ਹਰਜੋਤ ਬਹੁਤ ਹੌਲੀ-ਹੌਲੀ ਤੁਰ ਰਿਹਾ ਸੀ। ਉਹ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸਕੂਲ ਦਾ ਕੰਮ ਕਰਦਾ ਹੈ। ਕੱਲ੍ਹ ਸਵੇਰੇ 7 ਵਜੇ ਟੈਲੀਵਿਜ਼ਨ 'ਤੇ ਕ੍ਰਿਕਟ ਮੈਚ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਸੋ ਇਹ ਜੋ 5 ਵਾਕ ਹਨ, ਇਹਨਾਂ 'ਚ ਤੁਸੀਂ ਲਾਲ ਰੰਗ ਦੇ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਸਮਝ ਸਕਦੇ ਹੋ। ਸੋ ਲਾਲ ਰੰਗ ਦੇ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦੇਣ ਤੋਂ ਬਾਅਦ ਆਓ ਅੱਗੇ ਵਧਦੇ ਹਾਂ। ਇਹਨਾਂ ਵਾਕਾਂ ਵਿੱਚ ਲਾਲ ਰੰਗ ਦੇ ਸ਼ਬਦ ਕਿਰਿਆ ਦੇ ਕੰਮ ਦਾ ਸਮਾਂ, ਥਾਂ ਟਿਕਾਣਾ, ਕਿਰਿਆ ਦੇ ਕੰਮ ਦੀ ਪ੍ਰਕਾਰ ਆਦਿ ਨੂੰ ਪ੍ਰਗਟ ਕਰਦੇ ਹਨ। ਸੋ ਪਿਛਲੀ ਸਲਾਈਡ 'ਤੇ ਜੋ ਲਾਲ ਰੰਗ ਦੇ ਸ਼ਬਦ ਆਏ ਹਨ ਉਹ ਕਿਰਿਆ ਦੇ ਕੰਮ ਦਾ ਸਮਾਂ, ਥਾਂ ਟਿਕਾਣਾ, ਕੰਮ ਦੀ ਪ੍ਰਕਾਰ ਆਦਿ ਨੂੰ ਪ੍ਰਗਟਾ ਰਹੇ ਹਨ। ਭਾਵੇਂ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ, ਪਰ ਕਈ ਵਾਰ ਇਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੁੰਦਾ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਇਹਨਾਂ ਵਾਕਾਂ ਦੇ ਵਿੱਚ ਕਿ ਜੋ ਲਾਲ ਰੰਗ ਦੇ ਸ਼ਬਦ ਹਨ ਉਹ ਕਿਰਿਆ ਵਿਸ਼ੇਸ਼ਣ ਹਨ, ਪਰ ਉਹਨਾਂ ਦਾ ਸਥਾਨ ਕਿਤੇ ਵੀ ਨਿਸ਼ਚਿਤ ਨਹੀਂ ਹੈ। ਉਹ ਵਾਕ ਦੇ ਵਿੱਚ ਕਿਤੇ ਵੀ ਆ ਸਕਦੇ ਹਨ। ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਉਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੈ। ਹੁਣ ਕਿਰਿਆ ਵਿਸ਼ੇਸ਼ਣ ਦੇ ਭੇਦ। ਅਰਥ ਦੇ ਆਧਾਰ 'ਤੇ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹਨ। ਪਹਿਲਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ, ਪਰਿਮਾਣ ਜਾਂ ਮਿਣਤੀਵਾਚਕ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਅਤੇ 8ਵਾਂ ਹੈ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ।
आओ इन्हां नूं विस्तार विच समझदे हां। पहला है कालवाचक किरिया विशेषण। जिन्हां शब्दां तों किरिया दे होण जां वापरन दे समय दा पता लगे उन्हां नूं कालवाचक किरिया विशेषण आखदे हन। सो जिन्हां शब्दां तो सानूं किरिया दे होण जां वापरन दे समय दा पता लग रहा है, समय नाल संबंधित जो शब्द हन वो कालवाचक किरिया विशेषण हन। जिवें अज, कल, परसों, हुणे, तुरंत, भलके, 4 घंटे, सारी दोपहर, सारी रात, दिन रात, हर रोज़, हाड़ी सौनी, वार वार आदि। सो ये जो शब्द हैं ये किरिया विशेषण हैं। आओ अगे उदाहरण राही समझते हाँ कि वाक विच इन्हां दी स्थिति किवें हुंदी है। ये काम हुणे हो जाना चाहिदा है। तो हुणे जो शब्द है वो किरिया विशेषण है। वो सारी दोपहर सत्थ विच ताश खेडदे रहे। सारी दोपहर। नवदीप दिन रात टीवी वेखदी रहिंदी है। इन्हां 3 वाकां दे विच जो लाल रंग दे शब्द हन ये किरिया विशेषण हन। अगे है स्थानवाचक किरिया विशेषण। जिन्हां शब्दां तों किरिया दे होण जां काम दे स्थान दा पता लगे। सो नाम तो ही स्पष्ट है स्थानवाचक। किरिया दे काम जां होण दे स्थान दा पता सानू जिन्हां शब्दां तो लग रहा है उन्हां नूं स्थानवाचक किरिया विशेषण कहा जाता है। जिवें इत्थे, उत्थे, अंदर बाहर, नेड़े दूर, खब्बे सज्जे, हेठां सामने, मैदान, शहर, उरां परां, पटियाला आदि। सो ये जो शब्द हैं ये किरिया विशेषण हैं। अगे वाक दे विच वेखदे हाँ कि इन्हां दी स्थिति किवें है। बच्चे मैदान विच दौड़ रहे हैं। वो अंदर बैठे ताश खेड रहे हैं। अभिजोत पटियाले रहिंदा है। सो लाल रंग दे जो इत्थे तुहानू शब्द नज़र आ रहे हैं वो किरिया विशेषण हैं। सो काल दे विच सानू जो कालवाचक किरिया विशेषण है उस च समय का पता लग रहा है। स्थानवाचक दे विच स्थान का कि जिन्हां तों किरिया दे होण जां काम दे स्थान का पता लगे वो स्थानवाचक किरिया विशेषण हैं। अगे प्रकार जां विधिवाचक किरिया विशेषण। जिन्हां शब्दां तों किसी किरिया दे होण दे ढंग, तरीके जां प्रकार का पता लगे उन्हां नूं प्रकारवाचक किरिया विशेषण कहा जाता है। सो जिन्हां शब्दां तो सानू किरिया दे होण दे ढंग, तरीके जां प्रकार का पता लग रहा है अजिहे जो शब्द हैं उन्हां नूं प्रकार जां विधिवाचक किरिया विशेषण कहा जाता है। जिवें हौली हौली, इस तरह, इउं, ज्यों, इकुर, छेती, सहजे, रुक रुक के, निरंतर, अन्नेवाह, तेज, काली, अचनचेत, गटागट आदि। ये जो शब्द हैं ये किरियावाचक विशेषण प्रकार जां विधिवाचक किरिया विशेषण हैं। आओ उदाहरण दे विच इन्हां नूं समझदे हां।
ਹਾਥੀ ਹੌਲੀ ਹੌਲੀ ਤੁਰਦਾ ਹੈ। ਹਰਸੀਰਤ ਪਾਣੀ ਦਾ ਗਲਾਸ ਘਟਾਘਟ ਪੀ ਗਈ। ਉਹ ਹਰ ਕੰਮ ਵਿੱਚ ਬਹੁਤ ਕਾਹਲੀ ਕਰਦਾ ਹੈ। ਸੋ ਇੱਥੇ ਜੋ ਲਾਲ ਰੰਗ ਦੇ ਸ਼ਬਦ ਹਨ ਉਹ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਨੂੰ ਦਰਸਾਉਂਦੇ ਹਨ। ਸੋ ਵਾਕ ਦੇ ਵਿੱਚ ਇਹਨਾਂ ਦੀ ਸਥਿਤੀ ਕਿਤੇ ਵੀ ਹੋ ਸਕਦੀ ਹੈ। ਅੱਗੇ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੇ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ, ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸੋ ਕਿਹੜੇ ਸ਼ਬਦ ਹਨ ਕਾਰਨਵਾਚਕ ਕਿਰਿਆ ਵਿਸ਼ੇਸ਼ਣ? ਜੋ ਕਿਰਿਆ ਦੇ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਨੂੰ ਦਰਸਾ ਰਹੇ ਹਨ। ਸੋ ਨਾਮ ਤੋਂ ਹੀ ਸਪਸ਼ਟ ਹੈ ਕਿ ਕਾਰਨ ਨੂੰ ਦਰਸਾ ਰਹੇ ਹਨ। ਜਿਵੇਂ ਕਿਉਂਕਿ, ਕਿਉਂ, ਇਸ ਲਈ, ਇਸ ਕਰਕੇ, ਇਸ ਤਰ੍ਹਾਂ, ਕਦੇ, ਤਦੇ, ਕਿੱਦਾਂ, ਕਿਵੇਂ, ਧੁੱਪ ਨਾਲ, ਭੁੱਖ ਨਾਲ ਆਦਿ। ਸੋ ਇਹ ਜੋ ਸ਼ਬਦਾਂ ਦਾ ਸਮੂਹ ਹੈ ਇਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਹੈ। ਆਓ ਵਾਕ ਦੇ ਵਿੱਚ ਵੇਖਦੇ ਹਾਂ ਕਿ ਇਹ ਕਿਵੇਂ ਸਪਸ਼ਟ ਹੁੰਦੇ ਹਨ। ਉਹ ਭੁੱਖ ਨਾਲ ਮਰ ਗਿਆ। ਉਹ ਸਕੂਲ ਨਹੀਂ ਜਾ ਸਕਿਆ ਕਿਉਂਕਿ ਉਹ ਬਿਮਾਰ ਸੀ। ਗੁਰਨੂਰ ਨੇ ਮਿਹਨਤ ਕੀਤੀ ਸੋ ਚੰਗੇ ਨੰਬਰ ਲੈ ਕੇ ਪਾਸ ਹੋ ਗਈ। ਸੋ ਇੱਥੇ ਲਾਲ ਰੰਗ ਦੇ ਜੋ ਸ਼ਬਦ ਹਨ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨੂੰ ਪ੍ਰਗਟਾ ਰਹੇ ਹਨ। ਹੁਣ ਇੱਕ ਵਿਸ਼ੇਸ਼ ਜੋ ਧਿਆਨ ਦੇਣ ਯੋਗ ਗੱਲ ਹੈ ਉਹ ਇਹ ਹੈ ਕਿ ਕਈ ਵਾਰ ਇੱਕ ਹੀ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਭੇਦਾਂ ਵਿੱਚ ਆਉਂਦਾ ਹੈ ਅਤੇ ਵੱਖ-ਵੱਖ ਕਿਸਮਾਂ ਵਿੱਚ ਆ ਜਾਂਦਾ ਹੈ। ਉਦਾਹਰਨ ਲਈ ਇਸ ਤਰ੍ਹਾਂ ਜੋ ਹੁਣੇ ਪਿਛਲੀ ਸਲਾਈਡ ਤੇ ਵੇਖ ਕੇ ਆਏ ਹਾਂ ਅਸੀਂ, ਉਦਾਹਰਨ ਲਈ ਇਸ ਤਰ੍ਹਾਂ ਸ਼ਬਦ ਜਦੋਂ ਕਿਰਿਆ ਜਾਂ ਕੰਮ ਦੇ ਤਰੀਕੇ ਬਾਰੇ ਸੂਚਨਾ ਦਿੰਦਾ ਹੈ ਤਦ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ। ਪਰ ਜਦੋਂ ਕਿਰਿਆ ਦੇ ਕਿਸੇ ਕਾਰਨ ਨੂੰ ਪ੍ਰਗਟ ਕਰਦਾ ਹੈ ਤਾਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਸਾਨੂੰ ਕਈ ਸ਼ਬਦ ਮਿਲ ਜਾਣਗੇ ਜੋ ਕਿਰਿਆ ਵਿਸ਼ੇਸ਼ਣ ਦੀ ਕਈ ਕਿਸਮਾਂ ਨਾਲ ਸੰਬੰਧਿਤ ਹੋਣਗੇ, ਪਰ ਸਥਿਤੀ ਦੇ ਅਨੁਸਾਰ ਉਹਨਾਂ ਦੀ ਕਿਸਮ ਅਲੱਗ-ਅਲੱਗ ਹੋਏਗੀ। ਸੋ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਪ੍ਰਸੰਗਾਂ ਦੇ ਅਨੁਸਾਰ ਜੋ ਸ਼ਬਦ ਹਨ ਉਹਨਾਂ ਦੀ ਕਿਸਮ ਜੋ ਹੈ ਉਹ ਅਲੱਗ-ਅਲੱਗ ਹੋਏਗੀ। ਹੁਣ ਅਗਲੇ ਭੇਦ ਵੱਲ ਵੱਧਦੇ ਹਾਂ। ਪਰਿਮਾਣ ਜਾਂ ਮਿਣਤੀ ਵਾਚਕ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਹਨਾਂ ਨੂੰ ਪਰਿਮਾਣ ਜਾਂ ਮਿਣਤੀ ਵਾਚਕ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸੋ ਅਜਿਹੇ ਸ਼ਬਦ ਜਿਨ੍ਹਾਂ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗ ਰਿਹਾ ਹੈ ਉਹ ਹਨ ਪਰਿਮਾਣ ਜਾਂ ਮਿਣਤੀ ਵਾਚਕ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ। ਜਿਵੇਂ ਥੋੜਾ, ਬਹੁਤ, ਇੰਨਾ, ਓਨਾ, ਜਿੰਨਾ, ਕਿੰਨਾ, ਬੜਾ ਹੀ, ਜ਼ਰਾ ਕੁ, ਰਤਾ ਕੁ, ਅਧੂਰਾ, ਅਧਵਾਟੇ ਆਦਿ। ਸੋ ਇਹ ਜੋ ਸ਼ਬਦ ਹਨ ਇਹ ਪਰਿਮਾਣ ਵਾਚਕ ਜਾਂ ਮਿਣਤੀ ਵਾਚਕ ਜਾਂ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਨੂੰ
ਪ੍ਰਗਟਾ ਰਹੇ ਹਨ। ਆਓ ਉਦਾਹਰਨ ਦੇ ਵਿੱਚ ਸਮਝਦੇ ਹਾਂ ਕਿ ਵਾਕ ਵਿੱਚ ਕਿਵੇਂ ਇਹ ਪ੍ਰਗਟ ਹੋ ਰਹੇ ਹਨ। ਅਭਿਜੋਤ ਬਹੁਤ ਘੱਟ ਬੋਲਦਾ ਹੈ। ਹੁਣ ਬਲਦਾਂ ਨਾਲ ਓਨਾ ਨਹੀਂ ਵਾਇਆ ਜਾਂਦਾ ਜਿੰਨਾ ਟਰੈਕਟਰ ਨਾਲ। ਉਹ ਸਾਡਾ ਸਾਥ ਅਧਵਾਟੇ ਹੀ ਛੱਡ ਗਿਆ ਸੀ। ਸੋ ਇੱਥੇ ਜੋ ਲਾਲ ਰੰਗ ਦੇ ਸ਼ਬਦ ਹਨ ਉਹ ਕਿਰਿਆ ਵਿਸ਼ੇਸ਼ਣ ਦੀ ਜੋ ਕਿਸਮ ਹੈ ਜਿਸ ਬਾਰੇ ਅਸੀਂ ਹੁਣੇ ਗੱਲ ਕਰਕੇ ਆਏ ਹਾਂ ਉਸ ਨੂੰ ਪ੍ਰਗਟਾ ਰਹੇ ਹਨ। ਅੱਗੇ ਸੰਖਿਆਵਾਚਕ ਜਾਂ ਕਿਰਿਆ ਵਿਸ਼ੇਸ਼ਣ, ਜਿਵੇਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾਅ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿਰਿਆ ਦੀ ਵਾਰੀ ਜਾਂ ਦੁਹਰਾਅ ਨੂੰ ਪ੍ਰਗਟਾ ਰਹੇ ਹਨ ਉਹ ਹਨ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਜਿਵੇਂ ਕਦੀ ਕਦਾਈ, ਇੱਕ ਵਾਰ, ਕਈ ਵਾਰ, ਦੁਬਾਰਾ, ਵਾਰ-ਵਾਰ, ਅਨੇਕ ਵਾਰ, ਘੜੀ ਮੁੜੀ, ਇਕਹਿਰਾ, ਦੋਹਰਾ ਆਦਿ। ਸੋ ਅਜਿਹੇ ਜੋ ਸ਼ਬਦ ਹਨ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਆਓ ਹੁਣ ਉਦਾਹਰਨ ਦੇ ਵਿੱਚ ਵਾਕਾਂ ਰਾਹੀਂ ਸਮਝਦੇ ਹਾਂ। ਉਹ ਘੜੀ ਮੁੜੀ ਸਾਡੇ ਵੱਲ ਵੇਖੀ ਜਾ ਰਿਹਾ ਸੀ। ਮਨਸੀਰਤ ਕਦੀ ਕਦਾਈ ਹੀ ਸਾਡੇ ਘਰ ਆਉਂਦੀ ਹੈ। ਪੁਲਿਸ ਸਰਪੰਚ ਤੇ ਨੰਬਰਦਾਰ ਵਿਚਕਾਰ ਕਈ ਵਾਰ ਸਮਝੌਤਾ ਕਰਵਾ ਚੁੱਕੀ ਹੈ। ਸੋ ਇੱਥੇ ਜੋ ਲਾਲ ਰੰਗ 'ਚ ਸਾਨੂੰ ਸ਼ਬਦ ਨਜ਼ਰ ਆ ਰਹੇ ਹਨ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ। ਅੱਗੇ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ। ਸਾਨੂੰ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲ ਰਹੀ ਹੈ, ਇਸ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ। ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹਾਂ, ਅਜਿਹੇ ਜੋ ਸ਼ਬਦ ਜੋ ਕਿਰਿਆ ਦੇ ਹੋਣ ਜਾਂ ਨਾ ਹੋਣ, ਕਿ ਕਿਰਿਆ ਹੋਈ ਹੈ ਜਾਂ ਨਹੀਂ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਸਾਨੂੰ ਨਿਰਣਾ ਦੇ ਰਹੇ ਹਨ। ਨਿਰਣੇ ਦੇ ਰੂਪ ਦੇ ਵਿੱਚ ਸਾਨੂੰ ਕੋਈ ਸੂਚਨਾ ਪ੍ਰਾਪਤ ਹੋ ਰਹੀ ਹੈ ਤਾਂ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਹਾਂ, ਨਾ, ਹਾਂਜੀ, ਆਹੋ ਜੀ, ਅੱਛਾ ਜੀ, ਚੰਗਾ ਜੀ, ਜੀ ਹਾਂ, ਬਿਲਕੁਲ, ਨਹੀਂ, ਆਹੋ, ਠੀਕ ਆਦਿ। ਸੋ ਇਹ ਜੋ ਸ਼ਬਦਾਂ ਦੀ ਕਿਸਮ ਹੈ ਇਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਹੈ। ਹੁਣ ਉਦਾਹਰਨ ਦੇ ਵਿੱਚ ਵਾਕਾਂ ਦੇ ਰਾਹੀਂ ਸਮਝਦੇ ਹਾਂ। ਮੈਂ ਕਨਵੀਰ ਨੂੰ ਨਹੀਂ ਜਾਣਦਾ। ਬਹੁਤ ਅੱਛਾ ਕੀਤਾ ਤੁਸੀਂ ਸਾਡੇ ਘਰ ਆਏ। ਮੈਂ ਇਹ ਕੰਮ ਬਿਲਕੁਲ ਨਹੀਂ ਕਰਾਂਗਾ। ਸੋ ਇਹ ਜੋ ਲਾਲ ਰੰਗ ਦੇ ਵਿੱਚ ਸਾਨੂੰ ਵਾਕ ਦੇ ਵਿੱਚ ਸ਼ਬਦ ਨਜ਼ਰ ਆ ਰਹੇ ਹਨ ਇਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ। ਅੱਗੇ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿਰਿਆ ਬਾਰੇ ਸਾਨੂੰ ਨਿਸ਼ਚਿਤ ਰੂਪ ਜਾਂ ਵਿਸ਼ਵਾਸ ਰੂਪ ਦੇ ਵਿੱਚ ਜੋ ਪ੍ਰਗਟ ਹੋ ਰਿਹਾ ਹੈ ਉਹਨਾਂ ਨੂੰ ਅਸੀਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਹਿ ਰਹੇ ਹਨ। ਜੋ ਸ਼ਬਦ ਇਹ ਇਸ ਚੀਜ਼ ਨੂੰ ਪ੍ਰਗਟਾ ਰਹੇ ਹਨ, ਭਾਵ ਕਿਰਿਆ ਬਾਰੇ ਕੋਈ ਨਿਸ਼ਚੇ ਜਾਂ ਵਿਸ਼ਵਾਸ ਨੂੰ ਪ੍ਰਗਟਾ ਰਹੇ ਹਨ, ਉਹ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਹਨ। ਜਿਵੇਂ ਜ਼ਰੂਰ, ਵੀ, ਹੀ, ਬੇਸ਼ੱਕ, ਬਿਲਕੁਲ ਠੀਕ, ਖੂਬ, ਠੀਕ ਆਦਿ। ਸੋ ਇਹ ਜੋ ਸ਼ਬਦਾਂ ਦਾ ਸਮੂਹ ਹੈ
ਇਹ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਨੂੰ ਪ੍ਰਗਟਾ ਰਿਹਾ ਹੈ। ਹੁਣ ਉਦਾਹਰਨ ਅਸੀਂ ਸਮਝਦੇ ਹਾਂ, ਤੁਸੀਂ ਸਾਡੇ ਘਰ ਜ਼ਰੂਰ ਆਉਣਾ। ਉਸ ਨੇ ਬਿਲਕੁਲ ਠੀਕ ਗੱਲ ਕਹੀ ਹੈ। ਸੋ ਵਾਕ ਦੇ ਵਿੱਚ ਜੋ ਲਾਲ ਰੰਗ ਦੇ ਵਿੱਚ ਸ਼ਬਦ ਸਾਨੂੰ ਨਜ਼ਰ ਆ ਰਹੇ ਹਨ, ਉਹ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਹਨ। ਹੁਣ ਤੱਕ ਅਸੀਂ ਕਿਰਿਆ ਵਿਸ਼ੇਸ਼ਣ ਦੇ 8 ਭੇਦਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਸ਼ਬਦਾਂ 'ਚ ਵੀ ਦੱਸਿਆ ਕਿ ਕਿਹੜੇ-ਕਿਹੜੇ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਸ ਕਿਸਮ ਨਾਲ ਸੰਬੰਧਿਤ ਹਨ। ਫਿਰ ਵਾਕ ਦੇ ਵਿੱਚ ਉਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਵਿਸ਼ੇਸ਼ ਜੋ ਨੋਟ ਆਇਆ ਹੈ, ਉਹ ਮੈਂ ਦੁਬਾਰਾ ਥੋੜ੍ਹਾ ਜਿਹਾ ਦੱਸ ਰਿਹਾ ਹਾਂ ਕਿ ਕਈ ਜੋ ਸ਼ਬਦ ਹਨ ਉਹ ਇੱਕ ਤੋਂ ਵੱਧ ਕਿਸਮਾਂ ਨਾਲ ਸੰਬੰਧਿਤ ਹੋ ਸਕਦੇ ਹਨ। ਇਹ ਪ੍ਰਸੰਗ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਪ੍ਰਸੰਗ ਦੇ ਵਿੱਚ ਆਏ ਹਨ। ਉਹ ਪ੍ਰਸੰਗ ਹੀ ਉਹਨਾਂ ਦੀ ਕਿਸਮ ਦਾ ਫੈਸਲਾ ਕਰੇਗਾ। ਸੋ ਇਸ ਗੱਲ ਦਾ ਅਸੀਂ ਵਿਸ਼ੇਸ਼ ਧਿਆਨ ਰੱਖਣਾ ਹੈ। ਹੁਣ ਉਦਾਹਰਨਾਂ ਦੇ ਰਾਹੀਂ, ਕੁਝ ਪ੍ਰਸ਼ਨਾਂ ਦੇ ਰਾਹੀਂ ਥੋੜ੍ਹਾ ਇਸ ਦਾ ਅਭਿਆਸ ਕਰਦੇ ਹਾਂ। ਜੋ ਪਿੱਛੇ ਅਸੀਂ ਸਮਝਿਆ ਹੈ, ਉਸ ਸਾਰੇ ਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਆਪਣੀ ਕਾਪੀਆਂ ਦੇ ਵਿੱਚ ਨੋਟ ਕਰ ਲੈਣਾ ਹੈ, ਤਾਂ ਕਿ ਅਭਿਆਸ ਸਮੇਂ ਸਾਨੂੰ ਸੌਖ ਰਹੇ। ਹੁਣ ਪਹਿਲਾ ਪ੍ਰਸ਼ਨ ਹੈ ਕਿ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਪੁਸਤਿਕਾ ਵਿੱਚ ਲਿਖੋ। ਪਹਿਲਾ ਪ੍ਰਸ਼ਨ ਹੈ, ਕਿਰਿਆ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ? ਦੂਜਾ, ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਤੀਜਾ ਪ੍ਰਸ਼ਨ ਹੈ, ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ। ਸੋ ਇਹ ਜੋ 3 ਪ੍ਰਸ਼ਨ ਹਨ, ਇਹਨਾਂ ਦੇ ਉੱਤਰ ਤੁਸੀਂ ਵੀਡੀਓ ਦੇ ਪਿਛਲੇ ਹਿੱਸੇ ਵਿੱਚੋਂ ਸਮਝ ਕੇ ਆਪਣੀ ਕਾਪੀਆਂ ਦੇ ਵਿੱਚ ਲਿਖਣੇ ਹਨ। ਪੁੱਛੇ ਗਏ ਅਨੁਸਾਰ ਹੱਲ ਕਰਕੇ ਸਹੀ ਉੱਤਰ ਨੂੰ ਉੱਤਰ ਪੁਸਤਿਕਾ ਵਿੱਚ ਲਿਖੋ। ਸੋ ਇਸ ਅਭਿਆਸ ਦੇ ਵਿੱਚ ਅਸੀਂ 8 ਪ੍ਰਸ਼ਨ ਲਏ ਹਨ। 4 ਦੇ ਉੱਤਰ ਤੁਹਾਨੂੰ ਇੱਥੇ ਮਿਲ ਜਾਣਗੇ। 4 ਦੇ ਉੱਤਰ ਤੁਸੀਂ ਆਪ ਤਲਾਸ਼ਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾ ਪ੍ਰਸ਼ਨ, ਜਿਹੜੇ ਸ਼ਬਦ ਕਿਰਿਆ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਉਹਨਾਂ ਨੂੰ ਖਾਲੀ ਸਥਾਨ ਹੈ ਫਿਰ ਆਖਦੇ ਹਨ। ਉਹਨਾਂ ਨੂੰ ਕੀ ਆਖਦੇ ਹਨ? ਸਾਡੇ ਕੋਲੇ 4 ਵਿਕਲਪ ਹਨ: ਵਿਸ਼ੇਸ਼ਣ, ਕਿਰਿਆ, ਕਾਰਕ, ਕਿਰਿਆ ਵਿਸ਼ੇਸ਼ਣ। ਸੋ ਆਓ ਵੇਖਦੇ ਹਾਂ ਕਿ ਸਹੀ ਉੱਤਰ ਕੀ ਹੈ। ਵਿਸ਼ੇਸ਼ਣ ਨਹੀਂ ਹੈ, ਉਹ ਹਟ ਗਿਆ ਹੈ। ਕਾਰਕ ਵੀ ਨਹੀਂ ਹੈ, ਉਹ ਵੀ ਹਟ ਗਿਆ ਹੈ। ਕਿਰਿਆ ਵੀ ਨਹੀਂ ਹੈ, ਉਹ ਗਾਇਬ ਹੋ ਗਿਆ ਹੈ। ਸੋ ਬਚਿਆ ਕਿਰਿਆ ਵਿਸ਼ੇਸ਼ਣ। ਸੋ ਸਾਡਾ ਉੱਤਰ ਜੋ ਹੈ ਉਹ ਕਿਰਿਆ ਵਿਸ਼ੇਸ਼ਣ ਹੈ। ਅਗਲਾ ਪ੍ਰਸ਼ਨ ਜੋ ਹੈ 2 ਨੰਬਰ, ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਤੁਸੀਂ ਇਹਨਾਂ 4 ਵਿਕਲਪਾਂ ਦੇ ਵਿੱਚੋਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣਨਾ ਹੈ। ਪਹਿਲਾ ਵਿਕਲਪ ਹੈ ਦੂਰ, ਨੇੜੇ, ਬਾਹਰ, ਸਵੇਰੇ, ਸ਼ਾਮ, ਦੁਪਹਿਰੇ, ਫਿਰ ਇਸ ਤਰ੍ਹਾਂ, ਉਸ ਤਰ੍ਹਾਂ, ਕਈ ਵਾਰ, ਵਾਰ-ਵਾਰ। ਇਹਨਾਂ 4 ਦੇ ਵਿੱਚੋਂ ਇੱਕ ਵਿਕਲਪ ਅਸੀਂ ਚੁਣਨਾ ਹੈ ਜੋ ਕਾਲਵਾਚਕ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਹੈ। ਸੋ ਪਹਿਲਾ ਵਿਕਲਪ ਨਹੀਂ ਹੈ, ਉਹ ਗਾਇਬ ਹੋ ਗਿਆ ਹੈ। 4 ਨੰਬਰ ਵੀ ਨਹੀਂ ਹੈ, ਉਹ ਵੀ ਗਾਇਬ ਹੋ ਗਿਆ ਹੈ। 3 ਨੰਬਰ ਵੀ ਨਹੀਂ ਹੈ, ਉਹ ਗਾਇਬ ਹੋ ਗਿਆ ਹੈ। ਸੋ ਸਾਡਾ ਉੱਤਰ ਹੈ ਸਵੇਰੇ, ਸ਼ਾਮ, ਦੁਪਹਿਰੇ। ਤੀਜਾ ਪ੍ਰਸ਼ਨ, ਕਾਰਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਪਹਿਲਾ ਵਿਕਲਪ ਹੈ ਕਿਉਂਕਿ, ਇਸ ਕਰਕੇ, ਸੱਚਮੁੱਚ, ਠੀਕ, ਨਹੀਂ ਜੀ, ਹਾਂਜੀ, ਇੱਧਰ, ਉੱਧਰ। ਸੋ ਤੁਸੀਂ ਪਹਿਲਾਂ ਇਸ ਵੀਡੀਓ ਨੂੰ ਰੋਕ ਕੇ ਆਪਣਾ ਉੱਤਰ ਸੋਚੋ ਕਿ ਕੀ ਹੋ ਸਕਦਾ ਹੈ। ਹੁਣ ਅਸੀਂ ਸਹੀ ਉੱਤਰ ਵੇਖਦੇ ਹਾਂ। ਇੱਧਰ ਉੱਧਰ ਨਹੀਂ ਸੀ, ਨਹੀਂ ਜੀ, ਹਾਂਜੀ ਵੀ ਨਹੀਂ ਸੀ, ਸੱਚਮੁੱਚ, ਠੀਕ ਵੀ ਨਹੀਂ ਸੀ। ਸੋ ਉੱਤਰ ਸੀ ਕਿਉਂਕਿ, ਇਸ ਕਰਕੇ। ਸੋ ਇਹ ਸਾਡਾ
ਉੱਤਰ ਸੀ, ਜੋ ਕਿ ਸਾਹਮਣੇ ਸਕਰੀਨ ਤੇ ਨਜ਼ਰ ਆ ਰਿਹਾ ਹੈ। ਤੁਸੀਂ ਇਹਨਾਂ ਨੂੰ ਨਾਲ ਨਾਲ ਨੋਟ ਕਰਦੇ ਜਾਓ। ਚੌਥਾ ਪ੍ਰਸ਼ਨ, ਹੇਠ ਲਿਖੇ ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ। ਵਾਕ ਕੀ ਹੈ? ਮੈਂ ਕੱਲ ਜਲੰਧਰ ਜਾਵਾਂਗਾ। ਇਸ ਵਿੱਚੋਂ ਅਸੀਂ ਕਿਰਿਆ ਵਿਸ਼ੇਸ਼ਣ ਨੂੰ ਚੁਣਨਾ ਹੈ। ਸਾਡੇ ਵਿਕਲਪ ਹਨ ਮੈਂ, ਕੱਲ, ਜਲੰਧਰ, ਜਾਵਾਂਗਾ। ਇਹ 4 ਸਾਡੇ ਵਿਕਲਪ ਹਨ। ਇਹਨਾਂ ਦੇ ਵਿੱਚੋਂ ਅਸੀਂ ਵੇਖਦੇ ਹਾਂ ਕਿ ਸਹੀ ਉੱਤਰ ਕਿਹੜਾ ਹੈ, ਕਿਉਂਕਿ 4 ਚੋਂ ਇੱਕ ਉੱਤਰ ਸਹੀ ਹੈ। ਸੋ 3 ਜੋ ਵਿਕਲਪ ਹਨ ਉਹ ਹੌਲੇ 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 ਗਾਇਬ ਹੋ ਜਾਣਗੇ। ਇੱਕ ਸਹੀ ਉੱਤਰ ਰਹਿ ਜਾਏਗਾ। ਜਾਵਾਂਗਾ ਨਹੀਂ ਹੈ, ਜਲੰਧਰ ਵੀ ਨਹੀਂ ਹੈ, ਮੈਂ ਵੀ ਨਹੀਂ ਹੈ। ਸੋ ਬਚਿਆ ਸਾਡੇ ਕੋਲ ਕੱਲ। ਸੋ ਸਾਡਾ ਉੱਤਰ ਹੈ ਕੱਲ। ਇਸ ਵਾਕ ਵਿੱਚੋਂ ਕੱਲ ਜੋ ਸ਼ਬਦ ਹੈ ਉਹ ਕਿਰਿਆ ਵਿਸ਼ੇਸ਼ਣ ਹੈ। ਹੁਣ ਅਗਲੇ ਜੋ 4 ਪ੍ਰਸ਼ਨ ਹਨ ਉਹ CBSE ਬੋਰਡ ਪ੍ਰੀਖਿਆ ਦੇ ਵਿੱਚ ਪੁੱਛੇ ਜਾ ਚੁੱਕੇ ਹਨ। ਉਹਨਾਂ ਦਾ ਅਭਿਆਸ ਕਰਦੇ ਹਾਂ। ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦਾ ਕੀ ਦੱਸਦੇ ਹਨ? ਕੀ ਦੱਸਦੇ ਹਨ? 4 ਵਿਕਲਪ ਹਨ, ਥਾਂ, ਨਤੀਜਾ, ਸਮਾਂ, ਗਿਣਤੀ। ਸੋ ਅਗਲੇ ਜੋ 4 ਪ੍ਰਸ਼ਨ ਹਨ 5, 6, 7 ਤੇ 8, ਇਹਨਾਂ ਦੇ ਉੱਤਰ ਤੁਸੀਂ ਲੱਭ ਕੇ ਆਪਣੀ ਕਾਪੀਆਂ ਦੇ ਵਿੱਚ ਲਿਖਣੇ ਹਨ। ਜੇ ਕੋਈ ਸਮੱਸਿਆ ਹੈ, ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦੇਣਾ ਹੈ, ਤੁਹਾਨੂੰ ਤੁਹਾਡਾ ਉੱਤਰ ਮਿਲ ਜਾਏਗਾ। ਸੋ ਪ੍ਰਸ਼ਨ ਨੰਬਰ 6 ਵੱਲ ਵੱਧਦੇ ਹਾਂ। ਸੁਨੀਲ ਇਮਾਨਦਾਰੀ ਨਾਲ ਕੰਮ ਕਰਦਾ ਹੈ। ਇਹ ਵਾਕ ਹੈ ਸਾਡਾ। ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਕਿ ਇਸ ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਕਿਹੜੀ ਹੈ ਉਹ ਅਸੀਂ ਚੁਣਨਾ ਹੈ ਇਹਨਾਂ 4 ਵਿਕਲਪਾਂ ਵਿੱਚੋਂ। ਪਹਿਲਾ ਵਿਕਲਪ ਹੈ ਸੁਨੀਲ, ਦੂਸਰਾ ਹੈ ਇਮਾਨਦਾਰੀ, ਤੀਸਰਾ ਹੈ ਕੰਮ, ਚੌਥਾ ਕਰਦਾ ਹੈ। ਸੋ ਇਹਨਾਂ ਵਿੱਚੋਂ ਇੱਕ ਵਿਕਲਪ ਅਸੀਂ ਚੁਣਨਾ ਹੈ ਜੋ ਸਹੀ ਹੈ। 7, ਕੱਲ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਅਸੀਂ ਦੱਸਣਾ ਕਿ ਕੱਲ ਜੋ ਸ਼ਬਦ ਹੈ ਉਹ ਕਿਰਿਆ ਵਿਸ਼ੇਸ਼ਣ ਦੀ ਕਿਸ ਕਿਸਮ ਨਾਲ ਸੰਬੰਧਿਤ ਹੈ। ਇਹਨਾਂ 4 ਵਿਕਲਪਾਂ ਦੇ ਵਿੱਚੋਂ ਕਾਲਵਾਚਕ ਹੈ, ਕਾਰਨਵਾਚਕ ਹੈ, ਪ੍ਰਕਾਰਵਾਚਕ ਹੈ ਜਾਂ ਸੰਖਿਆਵਾਚਕ ਹੈ। ਸੋ ਅਸੀਂ ਇਹਨਾਂ 4 ਦੇ ਵਿੱਚੋਂ ਇੱਕ ਜੋ ਸਹੀ ਉੱਤਰ ਹੈ ਉਹ ਲੱਭਣਾ ਹੈ। ਪ੍ਰਸ਼ਨ ਨੰਬਰ 8, ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ? ਅਸੀਂ ਵੀਡੀਓ 'ਚ ਪਿੱਛੇ ਇਸ ਬਾਰੇ ਚਰਚਾ ਕਰ ਆਏ ਹਾਂ। ਕਿੰਨੀਆਂ ਕਿਸਮਾਂ ਹਨ? 5 ਹਨ, 7 ਹਨ, 8 ਹਨ ਜਾਂ 10 ਹਨ। ਸੋ ਇਹਨਾਂ 4 ਵਿੱਚੋਂ ਇੱਕ ਵਿਕਲਪ ਸਹੀ ਹੈ, ਉਹ ਤੁਸੀਂ ਚੁਣਨਾ ਹੈ। ਸੋ ਇਹ ਜੋ 4 ਪ੍ਰਸ਼ਨ ਹਨ ਅਭਿਆਸ ਲਈ, ਇਹਨਾਂ ਦੇ ਉੱਤਰ ਤੁਸੀਂ ਲੱਭ ਕੇ ਆਪਣੀ ਕਾਪੀਆਂ ਦੇ ਵਿੱਚ ਨੋਟ ਕਰਨੇ ਹਨ। ਜੇ ਕਿਤੇ ਸਮਝ ਨਹੀਂ ਆ ਰਿਹਾ ਤਾਂ ਵੀਡੀਓ ਨੂੰ ਵਾਰ-ਵਾਰ ਦੇਖੋ। ਜਿੰਨੀ ਵਾਰ ਤੁਸੀਂ ਵੇਖੋਗੇ ਉਨੀ ਵਾਰ ਤੁਹਾਨੂੰ ਵੱਧ ਸਪਸ਼ਟ ਹੋਏਗਾ। ਕਿਰਿਆ ਵਿਸ਼ੇਸ਼ਣ ਬਹੁਤ ਹੀ ਵਿਸਥਾਰ ਦੇ ਵਿੱਚ ਸਮਝ ਆਏਗਾ, ਬਹੁਤ ਡੂੰਘਾਈ ਨਾਲ ਸਮਝ ਆਏਗਾ। ਤੇ ਜੇ ਤੁਸੀਂ ਵੀਡੀਓ ਨੂੰ ਬਹੁਤ ਧਿਆਨ ਨਾਲ ਵੇਖ ਕੇ ਸਮਝਦੇ ਹੋ, ਆਪਣੀ ਕਾਪੀਆਂ ਦੇ ਵਿੱਚ ਨੋਟ ਕਰਦੇ ਹੋ, ਤਾਂ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਨ ਆ ਜਾਏ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਏਗੀ। ਸੋ ਇਸ ਵੀਡੀਓ ਨੂੰ ਵਾਰ-ਵਾਰ ਵੇਖੋ, ਕਿਰਿਆ ਵਿਸ਼ੇਸ਼ਣ ਬਾਰੇ, ਉਸ ਦੀਆਂ ਕਿਸਮਾਂ ਬਾਰੇ ਸਮਝੋ। ਬਹੁਤ ਬਹੁਤ ਧੰਨਵਾਦ।